ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਅੱਜ ਆਪਾਂ ਗੱਲ ਕਰਾਂਗੇ ਕੈਮਿਸਟਰੀ ਦੀ ਜੋ MCQ ਦੀ ਸੀਰੀਜ਼ ਸਟਾਰਟ ਕੀਤੀ ਹੈ, ਜੋ ਤੁਹਾਡੇ ਮਾਸਟਰ ਕੈਡਰ ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ ਹੈ, ਉਸ ਨੂੰ ਕੰਟੀਨਿਊ ਕਰਾਂਗੇ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣਾ ਜੋ MCQs ਹੋਣਗੇ, ਇਹ ਜੋ ਚੈਪਟਰ ਹੋਏਗਾ, ਇਹ ਤੁਹਾਡਾ ਚੈਪਟਰ ਹੋਏਗਾ ਕੈਮੀਕਲ ਬੌਂਡਿੰਗ ਐਂਡ ਮੋਲੀਕਿਊਲਰ ਸਟਰਕਚਰ। ਉਸ ਚੈਪਟਰ ਦੇ ਕੀ ਹੋਣਗੇ ਤੁਹਾਡੇ ਕੋਲ MCQs, ਜੋ ਮੈਂ ਚੈਪਟਰ ਤੁਹਾਨੂੰ ਡਿਟੇਲ ਦੇ ਵਿੱਚ ਕੀ ਹੈ ਕਰਵਾ ਚੁੱਕੇ। ਅਗਰ ਤੁਸੀਂ ਚੈਪਟਰਸ ਦੀ ਵੀਡੀਓਜ਼ ਨਹੀਂ ਦੇਖੀ ਤਾਂ ਪਹਿਲਾਂ ਉਹਨਾਂ ਨੂੰ ਦੇਖ ਲਓ ਸੋ ਦੈਟ ਤੁਹਾਡੇ ਕਨਸੈਪਟਸ ਕੀ ਨੇ ਕਲੀਅਰ ਹੋ ਜਾਣ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਫਸਟ MCQ ਹੈ ਆਪਣੇ ਕੋਲ, ਦੇਖੋ ਕੀ ਕਿਆ ਹੋਇਆ। ਟੂ ਐਲੀਮੈਂਟਸ X ਐਂਡ Y ਹੈਜ਼ ਫੋਲੋਇੰਗ ਇਲੈਕਟ੍ਰੋਨਿਕ ਕੌਨਫਿਗਰੇਸ਼ਨ ਦਿੱਤੀ ਹੋਈ ਆਪਾਂ ਨੂੰ X ਦੀ ਵੀ ਤੇ Y ਦੀ ਵੀ। The expected compound formed by the combination of XY ਦੇ ਕੰਬੀਨੇਸ਼ਨ ਨਾਲ ਆਪਣੇ ਕੋਲ ਕੀ ਚੀਜ਼ ਫਾਰਮ ਹੋਏਗੀ। ਦੇਖੋ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ, X ਦੇ ਲਾਸਟ ਇਲੈਕਟ੍ਰੋਨ ਕੀ ਹੈ ਆਪਣੇ ਕੋਲ 3p 3p6 ਐਂਡ 4s2। ਅਗਰ ਮੈਂ ਗੱਲ ਕਰਾਂ y ਦੇ ਲਾਸਟ ਕਿੱਥੇ ਆਪਣੇ ਕੋਲ 3p5 ਦੇ ਵਿੱਚ, ਮੀਨਸ 4s ਆਪਣੇ ਕੋਲ ਨਹੀਂ ਹੈ, ਇਹ ਦਿੱਤਾ ਹੋਇਆ। ਦੇਖੋ ਅਗਰ ਮੈਂ ਇਸ ਨੂੰ ਧਿਆਨ ਨਾਲ ਦੇਖਾਂ ਤਾਂ ਵੈਲੈਂਸੀ ਕੀ ਹੈ ਆਪਣੇ ਕੋਲ, x ਦੀ ਵੈਲੈਂਸੀ ਕਿੰਨੀ ਹੈ। ਵੈਲੈਂਸੀ ਦਾ ਮਤਲਬ ਕੀ ਹੁੰਦਾ, ਲਾਸਟ ਇਲੈਕਟ੍ਰੋਨਸ ਕਿੰਨੇ ਆ ਇਹਦੇ ਕੋਲ 2, ਆਊਟਰ ਮੋਸਟ ਸ਼ੈਲ ਦੇ ਵਿੱਚ ਲਾਸਟ ਮਤਲਬ ਆਊਟਰ ਮੋਸਟ ਸ਼ੈਲ ਦੇ ਵਿੱਚ। y ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਦੇਖੋ y ਜੋ ਐਲੀਮੈਂਟ ਹੈ, ਅਗਰ ਇਹਦੀ ਗੱਲ ਕਰੀਏ ਤਾਂ ਇਹਨੂੰ ਕੰਪਲੀਟ ਹੋਣ ਦੇ ਲਈ, ਮੀਨਸ p ਜੋ ਆਕਟੇਟ ਹੈ, ਇਹਨੂੰ ਆਪਣਾ p ਨੂੰ ਕੰਪਲੀਟ ਕਰਨ ਦੇ ਲਈ ਕਿੰਨੇ ਇਲੈਕਟ੍ਰੋਨ ਦੀ ਜ਼ਰੂਰਤ ਹੈ 1। ਤਾਂ ਇਸ ਦਾ ਕੀ ਆਏਗੀ, ਜੋ ਆਊਟਰ ਮੋਸਟ ਸ਼ੈਲ ਦੀ ਅਗਰ ਆਪਾਂ ਗੱਲ ਕਰੀਏ ਐਲੀਮੈਂਟ y ਦੀ ਕਿੰਨੀ ਹੋਊਗੀ ਆਪਣੇ ਕੋਲ 1 ਹੋ ਜਾਊਗਾ, 1 ਹੋ ਜੂਗੀ ਵੈਲੈਂਸੀ। ਠੀਕ ਹੈ ਜੀ। ਹੁਣ ਦੇਖੋ x ਦੀ 2 ਹੈ, y ਦੀ 1 ਹੈ, ਤਾਂ ਜੋ ਕੰਪਾਊਂਡ ਫਾਰਮ ਹੋਊਗਾ x ਤੇ y ਦੇ ਵਿਚਕਾਰ, ਉਹ ਕੀ ਬਣ ਜੂਗਾ। ਦੇਖੋ ਐਵੇਂ ਲਿਖਦੇ ਹੁੰਦੇ ਆ ਇਹਨੂੰ, x ਦੀ ਕਿੰਨੇ ਹੋਣੇ ਚਾਹੀਦੇ ਵੈਲੈਂਸੀ 2, y ਦੀ ਵੈਲੈਂਸੀ ਕਿੰਨੀ ਆਪਣੇ ਕੋਲ 1, ਇਸ ਨੂੰ ਕ੍ਰੋਸ ਪ੍ਰੋਡਕਟ ਕਰ ਦਿਓ ਤਾਂ ਇਸ ਤੋਂ ਕੀ ਬਣ ਜਾਏਗਾ XY2। ਕਲੀਅਰ। ਤਾਂ ਇਹ ਕੰਪਾਊਂਡ ਫਾਰਮ ਹੋਏਗਾ ਆਪਣੇ ਕੋਲ x ਤੋਂ y ਤੇ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਦੇਖ ਲੈਂਦੇ ਹਾਂ, ਆਪਣੇ ਕੋਲ ਕੀ ਆ ਜਾਏਗਾ, ਆਪਸ਼ਨ A ਇਜ਼ ਦ ਰਾਈਟ ਆਂਸਰ। ਕਲੀਅਰ। ਨੈਕਸਟ ਗੱਲ ਕਰਾਂਗੇ ਆਪਾਂ ਨੈਕਸਟ ਕੁਐਸਚਨ ਦੀ। ਨੈਕਸਟ ਦੇਖੋ ਕੀ ਹੈ, ਇਲੈਕਟ੍ਰੀਸਿਟੀ ਡੂ ਨਾਟ ਪਾਸ ਥਰੂ ਆਇਨਿਕ ਕੰਪਾਊਂਡਸ। ਆਇਨਿਕ ਕੰਪਾਊਂਡਸ ਦੇ ਵਿੱਚੋਂ ਕਿਸ ਦੇ ਵਿੱਚੋਂ ਜੋ ਇਲੈਕਟ੍ਰੀਸਿਟੀ ਹੈ ਪਾਸ ਨਹੀਂ ਕਰਦੀ। ਆਪਸ਼ਨਸ ਕੀ ਹੈ, ਇਨ ਸੋਲਿਊਸ਼ਨ ਦੇ ਵਿੱਚੋਂ ਪਾਸ ਨਹੀਂ ਕਰਦੀ। ਆਪਸ਼ਨ ਬੀ ਹੈ ਇਨ ਸੋਲਿਡ ਸਟੇਟ ਦੇ ਵਿੱਚੋਂ ਪਾਸ ਨਹੀਂ ਕਰਦੀ। ਆਪਸ਼ਨ ਸੀ ਹੈ ਇਨ ਮੈਲਟਡ ਸਟੇਟ ਦੇ ਵਿੱਚੋਂ, ਮੀਨਸ ਜੋ ਚੀਜ਼ ਮੈਲਟ ਹੋ ਚੁੱਕੀ ਹੈ ਉਸ ਦੇ ਵਿੱਚੋਂ ਇਲੈਕਟ੍ਰੀਸਿਟੀ ਪਾਸ ਨਹੀਂ ਕਰੇਗੀ। ਆਪਸ਼ਨ ਡੀ ਹੈ ਨਨ ਆਫ ਦੀਜ਼, ਇਹਨਾਂ ਵਿੱਚੋਂ ਕੋਈ ਵੀ ਨਹੀਂ। ਦੇਖੋ ਇਲੈਕਟ੍ਰੀਸਿਟੀ ਦੀ ਗੱਲ ਕੀਤੀ ਗਈ ਹੈ ਜੋ ਪਾਸ ਨਹੀਂ ਕਰਦੀ ਆਇਨਿਕ ਕੰਪਾਊਂਡਸ ਦੇ ਵਿੱਚੋਂ। ਦੇਖੋ ਅਗਰ ਮੈਂ ਗੱਲ ਕਰਾਂ ਆਇਨਿਕ ਕੰਪਾਊਂਡਸ ਦੇ ਵਿੱਚੋਂ, ਅਗਰ ਗੱਲ ਕਰੀਏ ਆਪਾਂ ਆਇਨਿਕ ਕੰਪਾਊਂਡਸ ਦੀ ਤਾਂ ਇਸ ਦੇ ਵਿੱਚ ਜੋ ਇਲੈਕਟ੍ਰੀਸਿਟੀ ਕੰਡਕਟ ਹੋਏਗੀ ਜਦੋਂ ਕੀ ਹੈ ਉਹ ਕਿਹਦੇ ਵਿੱਚ ਹੋਣਗੇ, ਲਿਕੁਇਡ ਸਟੇਟ ਦੇ ਵਿੱਚ ਹੋਣਗੇ। ਜਦੋਂ ਕਿਸ ਦੇ ਵਿੱਚ ਹੋਣਗੇ, ਲਿਕੁਇਡ ਸਟੇਟ ਦੇ ਵਿੱਚ। ਕਿਉਂਕਿ ਲਿਕੁਇਡ ਸਟੇਟ ਦੇ ਵਿੱਚ ਜੋ ਆਇਨਸ ਹੋਣਗੇ, ਆਇਨਿਕ ਕੰਪਾਊਂਡ ਦੇ ਜੋ ਆਇਨਸ ਪ੍ਰੈਜ਼ੈਂਟ ਹੋਣਗੇ ਉਹ ਫ੍ਰੀਲੀ ਕੀ ਕਰ ਸਕਦੇ ਨੇ, ਆਇਨਸ ਕੀ ਕਰ ਸਕਦੇ ਨੇ, ਫ੍ਰੀਲੀ ਮੂਵ ਕਰ ਸਕਦੇ ਆ, ਮੀਨਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਦਾ ਹੈ, ਪਲੇਸ ਟੂ ਪਲੇਸ। ਬਟ ਜੋ ਆਇਨਿਕ ਕੰਪਾਊਂਡ ਹੈ ਜੋ ਸੋਲਿਡ ਸਟੇਟ ਦੇ ਵਿੱਚ ਕੀ ਹੈ, ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰਦੇ। ਕਿਉਂਕਿ ਜੋ ਸੋਲਿਡ ਸਟੇਟ ਦੇ ਵਿੱਚ ਆਇਨਸ ਹੁੰਦੇ ਆ ਉਹ ਕੀ ਹੁੰਦੇ ਆ, ਫਿਕਸਡ। ਇਹਨਾਂ ਦੀ ਜੋ ਪੋਜੀਸ਼ਨਸ ਹੁੰਦੀਆਂ ਨੇ ਉਹ ਫਿਕਸਡ ਹੁੰਦੀ ਹੈ, ਉਹ ਮੂਵ ਨਹੀਂ ਕਰ ਸਕਦੇ। ਸੋਲਿਡ ਦੇ ਵਿੱਚ ਜੋ ਆਇਨਸ ਹੈ ਮੂਵ ਨਹੀਂ ਕਰ ਸਕਦੇ, ਕੈਨ ਨਾਟ ਮੂਵ। ਸੋ ਇਸ ਲਈ ਜੋ ਸੋਲਿਡ ਸਟੇਟ ਦੇ ਵਿੱਚ ਹੈ ਉਹ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰਨਗੇ। ਇਸ ਕੁਐਸਚਨ ਦਾ ਰਾਈਟ ਆਂਸਰ ਕੀ ਆ ਜਾਏਗਾ ਆਪਣੇ ਕੋਲ, ਆਪਸ਼ਨ ਬੀ। ਕਲੀਅਰ। ਆਪਸ਼ਨ ਬੀ ਇਜ਼ ਰਾਈਟ ਆਂਸਰ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ MCQ ਦੀ। ਨੈਕਸਟ ਦੇਖੋ ਆਪਣੇ ਕੋਲ ਕੀ ਦਿੱਤਾ ਹੋਇਆ, ਦ ਡਾਈਪੋਲ ਮੂਵਮੈਂਟ ਆਫ ਕਲੋਰੋਬੈਂਜੀਨ ਇਜ਼ 1.73 ਡੈਪਟਰ, ਇਹ ਯੂਨਿਟ ਹੈ।
ठीक है जी। डाइपोल मूवमेंट दिता होया आपां नूं क्लोरोबेंजीन दा, द डाइपोल मूवमेंट ऑफ पैरा डाइक्लोरोबेंजीन दा, पैरा डाइक्लोरोबेंजीन दा आपां ने की दसना है, डाइपोल मूवमेंट दसना है। देखो डाइपोल मूवमेंट किसी भी मॉलीक्यूल का किवें डिटरमाइन करते हैं कि उस कोल कोई इलैक्ट्रोनैगेटिविटी, उसका जो एलीमेंट है उसकी जो इलैक्ट्रोनैगेटिविटी है मॉलीक्यूल की वो कितनी है, इलैक्ट्रोनैगेटिविटी तो पता लगता है, क्लीयर। एंड या फिर आप सिमिट्री देखते हैं मॉलीक्यूल्स की। अगर हुण मैं गल करा पैरा पैरा डाइक्लोरो बेंजीन दी, पैरा डाइक्लोरोबेंजीन दी, इस दे विच अगर आप गल करिए तो मतलब 1 ते 4 ते की है, मतलब सिमिट्री शो कर रही है 1 ते 4 ते सिमिट्री। तुसी अगर डायग्राम बनाओगे तो 1 ते 4 ते जो सिमिट्री कहता है इसका डाइपोल मूवमेंट कितना हो जाएगा अपने को, 0 हो जाएगा। 0 की हो जाएगा डाइपोल मूवमेंट। तो इस क्वेश्चन की अगर मैं राइट आंसर की गल करा तो कितना आ जाएगा अपने को, 0 आ जाएगा। इस क्वेश्चन का राइट आंसर की हो जाएगा ऑप्शन बी, 0 हो जाएगा, क्योंकि सिमिट्री है ये जो पैरा डाइक्लोरोबेंजीन है इस दे विच की है सिमिट्री फॉर्मेशन हुई हुई है, क्लीयर है जी। नैक्सट आप गल करांगे 13 क्वेश्चन की। 13 की है देखो, पोलराइजेशन ऑफ इलैक्ट्रॉन्स इन एक्रोलीन मे बी रिटन एज, किद्दां पोलराइजेशन हुंदी है एक्रोलीन दी, तुसी ये दसना है। देखो जो पोलराइजेशन हुंदी है इलैक्ट्रॉन्स दी एक्रोलीन दी, वो मेनली किद्दां लिखी जाती है, CH2 स्टार डेल्टा पॉजिटिव, ठीक है जी, सॉरी सी एच नैगेटिव, CH सिंगल बॉन्ड CH नाल की आ जाएगा डबल बॉन्ड ऑक्सीजन ते, जिथे की आ जाएगा नैगेटिव पार्शली नैगेटिव चार्ज आ जाएगा। हुण आपां नूं की पता है ऑक्सीजन की है मोर इलैक्ट्रोनैगेटिव है एज कंपैरिजन टू कार्बन, ऑक्सीजन मोर इलैक्ट्रोनैगेटिविटी है तो नैगेटिव है किदे नालों, कार्बन दे नालों। तो इसकी जो स्ट्रक्चर बनेगी ਉਹ ਕਿੱਦਾਂ ਬਣੇਗੀ, देखो ਇਹ ਪੁੱਛਿਆ ਹੋਇਆ। ਹੁਣ ਆਪਾਂ ਨੂੰ ਜੋ ਮੋਲੀਕਿਊਲਸ ਦਿੱਤੇ ਹੋਏ ਆ ਇਹਨਾਂ ਨੂੰ ਦੇਖਦੇ ਹੋਏ ਅਗਰ ਆਪਾਂ ਰਾਈਟ ਆਨਸਰ ਦੀ ਗੱਲ ਕਰੀਏ ਤਾਂ ਕੀ ਕੌਣ ਆਏਗਾ, ਆਪਸ਼ਨ ਡੀ, ਜੋ ਮੈंने ਤੁਹਾਨੂੰ ਹੁਣੇ ਬਣਾ ਕੇ ਦਿਖਾਇਆ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ 14th ਦੀ, ਦ ਆਰਡਰ ਆਫ ਡਾਈਪੋਲ ਮੂਵਮੈਂਟਸ ਆਫ ਦ ਫੋਲੋਇੰਗ। ਤੁਸੀਂ ਇਹਨਾਂ ਦੇ ਵਿੱਚੋਂ ਹੁਣ ਕੀ ਹੈ ਡਾਈਪੋਲ ਮੂਵਮੈਂਟ ਫਾਈਂਡ ਕਰਨੇ, ਕਿਸ ਤਰ੍ਹਾਂ ਨਾਲ ਕਰੋਗੇ। ਦੇਖੋ ਡਾਈਪੋਲ ਮੂਵਮੈਂਟ ਨਿਕਾਲਣਾ ਤੁਹਾਨੂੰ ਆਈ ਹੋਪ ਆਂਦਾ ਹੋਏਗਾ, ਤਾਂ ਇਹਨਾਂ ਦੇ ਡਾਈਪੋਲ ਮੂਵਮੈਂਟ ਨੂੰ ਸੋਲਵ ਕਰਦੇ ਹਾਂ ਇੱਕ ਇੱਕ ਕਰਕੇ। ਹਾਂਜੀ ਦੇਖੋ ਇਸ 'ਚ ਅਗਰ ਆਪਾਂ ਗੱਲ ਕਰੀਏ, ਦੇਖੋ ਅਗਰ ਆਪਾਂ ਗੱਲ ਕਰੀਏ ਜਿਵੇਂ ਹੁਣ CH4 ਹੈ ਜਾਂ Cl4 ਹੈ, मैं लिख लेने एक बार CCl4 मतलब कार्बन क्लोराइड CHCl3 CHCl3 CH2Cl2 CH3Cl, इसनों किवें देखना है। देखो बॉन्ड एंगल जिमें जिमें इनक्रीज होगा, मतलब इन्हां दे विच जो बॉन्ड एंगल बनेगा वो इनक्रीज होगा, तो ये नाल की है जो अगर आप गल करिए डाइपोल मूवमेंट है म्यू की होगा, डिक्रीज होगा। जिमें जिमें एंगल इनक्रीज होएगा जो म्यू है डाइपोल मूवमेंट है वो की होगा डिक्रीज, किस करके जो इस दे विच स्टेरिक की होणगियां रिपल्शनस होणगियां उस दी वजह नाल। हुण अगर आप गल करिए CCl4 दी, CCl4 दी अगर मैं गल करा किवें बनूगा, देखो कार्बन दे नाल की लग जाणगे 4 क्लोरीन, इस तरह नाल Cl 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 Cl, क्लोरीन की है ज़्यादा इलैक्ट्रोनैगेटिव है तो इस तरह नाल एरो आएगा। हुण इस साइड भी इदां बन जाएगा, इस साइड भी इदां, सिमिलरली इदां, ये तो तुहानूं पता ही है। तो इसका जो डाइपोल मूवमेंट हो जाएगा वो कितना हो जाएगा, 0, क्योंकि क्लोरीन ज़्यादा इलैक्ट्रोनैगेटिव है तो चारों की एक दूजे तो ओपोजिट है, तो नैट जो डाइपोल मूवमेंट आ जाएगा वो कितना आ जाएगा, 0 आ जाएगा, क्लीयर है। होर अपने कोल की सीगा, जिवें अगर आप गल करिए CHCl3 CH की सी अपने को CHCl3 CH2Cl2 या CH3SCl, तो इन्हां दा भी तुसीं सेम बना के देखना है। तो तुसीं मेन चीज़ की ध्यान च रखनी है, जिमें जिमें बॉन्ड एंगल की होएगा इनक्रीज होएगा उदां उदां जो अगर आप गल करिए डाइपोल मूवमेंट की होगा डिक्रीज होएगा। अगर मैं गल करा इन्हां दे हुण डाइपोल मूवमेंट दी, तो सब तो पहला अगर मैं गल करा CH3Cl दी, इधर लिख लेने CH3
Cl ਇਸ ਦਾ ਜੋ ਡਾਈਪੋਲ ਮੂਵਮੈਂਟ ਹੁੰਦਾ ਉਹ 1.94 ਹੁੰਦਾ। ਅਗਰ ਮੈਂ ਗੱਲ ਕਰਾਂ ਇਸ ਤੋਂ ਬਾਅਦ CH2Cl2 ਦੀ, ਇਸ ਦਾ ਕਿੰਨਾ ਹੁੰਦਾ 1.6 ਹੁੰਦਾ। ਇਹੀ ਸੀ ਸੈਕਿੰਡ ਕੰਪੋਨੈਂਟ। ਥਰਡ ਸੀਗਾ ਆਪਣੇ ਕੋਲ CHCl3, ਇਸ ਦਾ ਆਪਣੇ ਕੋਲ ਕਿੰਨਾ ਹੋਏਗਾ ਡਾਈਪੋਲ ਮੂਵਮੈਂਟ 1.03, ਤੇ ਆਪਾਂ ਨੂੰ ਪਤਾ ਹੈ CCl4 ਦਾ ਆਪਣੇ ਕੋਲ ਕਿੰਨਾ ਹੋ ਜਾਂਦਾ ਹੈ 0। ਤਾਂ ਇਸ ਵੇ ਦੇ ਨਾਲ ਤੁਸੀਂ ਈਜ਼ਲੀ ਕੀ ਕਰ ਸਕਦੇ ਹੋ, ਅਗਰ ਆਪਾਂ ਗੱਲ ਕਰੀਏ ਤੁਸੀਂ ਲਿਖ ਸਕਦੇ ਹੋ, ਮਤਲਬ ਦੱਸ ਸਕਦੇ ਹੋ ਕਿ ਇਸ ਦਾ ਰਾਈਟ ਆਨਸਰ ਕੀ ਹੋਏਗਾ ਆਪਣੇ ਕੋਲ। ਇਸ ਕੁਐਸਚਨ ਤੇ ਦੇਖੋ ਹੁਣ ਆਪਣੇ ਕੋਲ ਸਭ ਤੋਂ ਘੱਟ ਕੌਣ ਹੈ CCl4, ਉਹ ਆਪਾਂ ਨੂੰ ਦਿੱਤਾ ਹੋਇਆ। ਸਭ ਤੋਂ ਜ਼ਿਆਦਾ ਕਿਹਦਾ ਹੈ CH3Cl, ਉਹ ਵੀ ਆਪਣੇ ਕੋਲ ਬਸ ਇੱਕ ਹੀ ਆਪਸ਼ਨ ਤੇ ਫਸਟ ਤੇ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਜਾਊਗਾ ਆਪਣੇ ਕੋਲ ਆਪਸ਼ਨ ਸੀ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ ਤੇ ਈਜ਼ਲੀ ਸਮਝ ਆ ਚੁੱਕੀ ਹੈ। ਨੈਕਸਟ ਆਪਾਂ ਅਗਰ ਗੱਲ ਕਰੀਏ 14 ਦਾ, ਆਈ ਥਿੰਕ ਇਹੀ ਬਣੇਗਾ। ਕਲੀਅਰ। ਨੈਕਸਟ ਦੇਖਦੇ ਹਾਂ ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲ। ਦੇਖੋ ਨੈਕਸਟ ਹੈ ਆਪਣੇ ਕੋਲ, ਹਾਂਜੀ, the hybridization of atomic orbital of nitrogen in NO2 positive, NO3 negative and NH4 positive। ਤੁਸੀਂ ਹਾਈਬ੍ਰਿਡਾਈਜੇਸ਼ਨ ਦੱਸਣੀ ਹੈ ਕਿਸ ਦੀ, ਜੋ ਅਟੋਮਿਕ ਔਰਬਿਟਲ ਤੁਹਾਨੂੰ ਗਿਵਨ ਹੈ। ਕੀ ਗਿਵਨ ਹੈ ਤੁਹਾਨੂੰ, NO2 ਪੋਜ਼ਿਟਿਵ, NO3 ਨੈਗੇਟਿਵ ਤੇ NH4 ਪੋਜ਼ਿਟਿਵ। ਦੇਖੋ ਹਾਈਬ੍ਰਿਡਾਈਜੇਸ਼ਨ ਤੁਹਾਨੂੰ ਨਿਕਾਲਣੀ ਆਣੀ ਚਾਹੀਦੀ ਹੈ, ਕਿਉਂਕਿ ਐਗਜ਼ਾਮ ਦੇ ਵਿੱਚ ਈਜ਼ਲੀ ਕੁਐਸਚਨ ਬਣ ਜਾਂਦਾ ਹੈ। ਅਗਰ ਤੁਹਾਨੂੰ ਹਾਈਬ੍ਰਿਡਾਈਜੇਸ਼ਨ ਈਜ਼ਲੀ ਆਉਂਦੀ ਹੈ ਤਾਂ ਤੁਸੀਂ ਮਤਲਬ ਮਾਰਕਸ ਤੁਹਾਨੂੰ ਮਿਲ ਜਾਣਗੇ। ਅਗਰ ਤੁਹਾਨੂੰ ਨਹੀਂ ਆਉਂਦੀ ਤਾਂ ਇਹਦੇ ਵਿੱਚ ਤਾਂ ਗੈਸ ਵੀ ਨਹੀਂ ਲੱਗਦਾ, ਤਾਂ ਤੁਹਾਡੇ ਮਾਰਕਸ ਕੀ ਹੋ ਜਾਣਗੇ, ਕੱਟ ਹੋ ਜਾਣਗੇ। ਇਸ ਲਈ ਹਾਈਬ੍ਰਿਡਾਈਜੇਸ਼ਨ ਤੁਹਾਨੂੰ ਆਣੀ ਬਹੁਤ ਜ਼ਿਆਦਾ ਕੀ ਹੈ, ਜ਼ਰੂਰੀ ਹੈ। ਸੋਲਵ ਕਰਦੇ ਹਾਂ ਇੱਕ ਇੱਕ ਕਰਕੇ, ਤਿੰਨਾਂ ਨੂੰ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ NO2 ਪੋਜ਼ਿਟਿਵ। ਦੇਖੋ NO2 ਪੋਜ਼ਿਟਿਵ, ਇਸ ਦਾ ਤੁਹਾਨੂੰ ਵੈਸਪਰ ਥਿਊਰੀ ਆਂਦੀ ਹੈ। ਅਗਰ ਤੁਹਾਨੂੰ ਵੈਸਪਰ ਥਿਊਰੀ ਆਂਦੀ ਹੈ ਤਾਂ ਤੁਸੀਂ ਈਜ਼ਲੀ ਕੀ ਹੈ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਆਪਾਂ ਨੇ ਕੀ ਹੈ ਇਸ ਦੀ ਹਾਈਬ੍ਰਿਡਾਈਜੇਸ਼ਨ ਨਿਕਾਲਣੀ ਹੈ। ਦੇਖੋ ਅਗਰ ਮੈਂ ਗੱਲ ਕਰਾਂ 1/2 ਕੀ ਫਾਰਮੂਲਾ ਹੁੰਦਾ ਤੁਹਾਡਾ, ਹਾਫ ਅੱਗੇ ਲੱਗਦਾ ਵੈਸਪਰ ਥਿਊਰੀ ਦੇ ਅਕੋਰਡਿੰਗ। ਦੈਨ ਜੋ ਨਾਈਟ੍ਰੋਜਨ ਦੇ ਵੈਲੈਂਸ ਇਲੈਕਟ੍ਰੋਨ ਨੇ, ਨਾਈਟ੍ਰੋਜਨ ਦੇ ਵੈਲੈਂਸ ਇਲੈਕਟ੍ਰੋਨ ਕਿੰਨੇ ਹੁੰਦੇ ਆ 5। ਦੈਨ ਆਕਸੀਜਨ ਕਿੰਨੇ ਲੱਗੇ ਹੋਏ ਆ ਆਪਣੇ ਕੋਲ, ਆਕਸੀਜਨ ਕੋਲ ਕਿੰਨੇ, 2 ਆਕਸੀਜਨ ਹੈ। ਇੱਕ ਕੋਲ ਅਗਰ ਆਪਾਂ 2 ਆਕਸੀਜਨ ਲੱਗੇ ਹੋਏ ਤਾਂ 2 ਨਾਲ ਆਪਣੇ ਕੋਲ ਪੋਜ਼ਿਟਿਵ ਚਾਰਜ ਹੈ, ਮੀਨਸ ਕਿੰਨਾ ਆ ਜਾਊਗਾ ਇੱਥੇ ਨੈਗੇਟਿਵ ਆ ਜਾਊਗਾ -1। 5 + 2 ਅਗਰ ਗੱਲ ਕਰੀਏ 7 - 1 6/2 ਕਿੰਨਾ ਆ ਗਿਆ ਆਪਣੇ ਕੋਲ 3। NO2 ਪੋਜ਼ਿਟਿਵ ਦੀ ਕਿੰਨੀ ਆ ਗਈ ਆਪਣੇ ਕੋਲ 3। ਤਾਂ 3 ਦਾ ਮਤਲਬ ਕੀ ਹੋਇਆ, ਕੀ ਬਣ ਜੂਗੀ sp2, ਇੱਕ ਦੀ ਆ ਗਈ ਆਪਣੇ ਕੋਲ। ਨੈਕਸਟ ਆਪਾਂ ਅਗਰ ਗੱਲ ਕਰੀਏ ਸੈਕਿੰਡ ਆਪਣੇ ਕੋਲ ਕੀ ਕੰਪੋਨੈਂਟ ਹੈ, ਇਸ ਵੇ ਦੇ ਨਾਲ ਤੁਸੀਂ ਨਿਕਾਲ ਸਕਦੇ ਹੋ NO3 ਨੈਗੇਟਿਵ, NO3 ਨੈਗੇਟਿਵ। ਦੇਖੋ ਅਗਰ ਮੈਂ ਹੁਣ ਇਸ ਦੀ ਗੱਲ ਕਰਾਂ, ਇਸ ਨੂੰ ਤੁਸੀਂ ਕਿਵੇਂ ਨਿਕਾਲੋਗੇ, ਈਜ਼ੀ ਹੈ, ਬਿਲਕੁਲ ਈਜ਼ੀ ਹੈ। ਜਿਵੇਂ ਹੁਣ ਇਸ ਦਾ ਨਾਈਟ੍ਰੋਜਨ ਦਾ ਫੇਰ ਵੈਲੈਂਸ ਇਲੈਕਟ੍ਰੋਨ ਕਿੰਨੇ ਆ 5, 3 ਆਕਸੀਜਨ ਲੱਗਿਆ, ਹੁਣ -1 ਹੈ ਤਾਂ ਤੁਸੀਂ ਕੀ ਕਰ ਦੋਗੇ +1, ਇੱਕ ਕੀ ਕਰ ਦੋਗੇ ਤੁਸੀਂ ਐਡ ਕਰ ਦੋਗੇ। ਤਾਂ ਇਸ ਦੇ ਨਾਲ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਕੀ ਬਣ ਜਾਏਗਾ 5 + 3 8 + 1 9/2 ਆ ਜਾਏਗਾ। ਇਸ ਦਾ ਚੈੱਕ ਕਰ ਲੈਂਦੇ ਇੱਕ ਵਾਰ ਦੁਬਾਰਾ ਕਿ 9/2 ਹੀ ਆਏਗਾ, ਦੇਖ ਲੈਂਦੇ ਫਿਰ ਈਜ਼ਲੀ ਸੋਲਵ ਹੋ ਜਾਊਗਾ। ਹਾਂਜੀ ਅਗਰ ਆਪਾਂ ਦੇਖੀ ਜਾਈਏ NO3 ਨੈਗੇਟਿਵ, ਸੋਰੀ ਆਈ ਥਿੰਕ ਨਾ ਇਸ 'ਚ ਕੋਈ ਗੜਬੜ ਹੋਈ ਹੈ। ਹਾਂਜੀ ਜਸਟ ਸੈਕਿੰਡ, ਇਸ ਨੂੰ ਦੁਬਾਰਾ ਕਰਦੇ ਹਾਂ, ਇਸ ਨੂੰ ਡਿਲੀਟ ਕਰਕੇ ਦੁਬਾਰਾ ਸੋਲਵ ਕਰਦੇ ਹਾਂ ਸੋ ਦੈਟ ਈਜ਼ਲੀ ਕੀ ਹੋ ਜੇ, ਸਮਝ ਆ ਜੇ। ਹਾਂਜੀ ਇਹਨਾਂ ਨੂੰ ਸੋਲਵ ਕਰ ਲੈਂਦੇ ਹਾਂ, ਜਸਟ ਸੈਕਿੰਡ ਦੁਬਾਰਾ। ਹਾਂਜੀ ਦੇਖੋ ਹੁਣ ਦੇਖਦੇ ਹਾਂ, ਆਈ ਥਿੰਕ ਮੈਨੇ ਗੜਬੜ ਕਰਤੀ ਸੀ ਕੁਛ, ਸੋਰੀ ਉਸ ਦੇ ਲਈ। ਦੇਖੋ NO2 ਪੋਜ਼ਿਟਿਵ ਦਾ ਦੇਖਦੇ ਹਾਂ। ਸਭ ਤੋਂ ਪਹਿਲਾਂ ਦੇਖੋ ਵੈਸਪਰ ਥਿਊਰੀ ਅਗਰ ਲਗਾਵਾਂਗੇ 1/2 ਨਾਈਟ੍ਰੋਜਨ ਦੇ ਵੈਲੈਂਸ ਇਲੈਕਟ੍ਰੋਨ ਆਪਣੇ ਕੋਲ ਕਿੰਨੇ ਹੁੰਦੇ ਆ 5। ਇੱਥੇ ਜੋ ਗੜਬੜ ਹੋਈ ਸੀ ਉਹ ਇਹ ਹੋਈ ਸੀ ਕਿ ਆਕਸੀਜਨ ਤੇ ਕੋਈ ਵੀ ਅਗਰ ਆਪਾਂ ਗੱਲ ਕਰੀਏ, ਆਕਸੀਜਨ ਤੇ ਅਗਰ ਆਪਾਂ ਗੱਲ ਕਰੀਏ ਇੱਥੇ ਆਪਾਂ ਮੋਨੋਵੈਲੈਂਟ ਲੈਣਾ ਹੁੰਦਾ, ਬਟ ਜੋ ਆਕਸੀਜਨ ਹੈ ਉਹ ਡਾਇਆਟੋਮਿਕ ਹੈ, ਤਾਂ ਇੱਥੇ ਆਕਸੀਜਨ ਦਾ 0 ਆ ਜਾਏਗਾ, ਪਲੱਸ ਚਾਰਜ ਹੈ ਤਾਂ -1 ਹੋ ਜਾਏਗਾ। 5 - 1 ਕਿੰਨਾ ਹੁੰਦਾ 4/2 ਕਿੰਨਾ ਆ ਜਾਏਗਾ 2। ਤਾਂ 2 ਦੀ ਜੋ ਆਪਣੇ ਕੋਲ ਹਾਈਬ੍ਰਿਡਾਈਜੇਸ਼ਨ ਹੋਏਗੀ ਉਹ SP ਹੋ ਜਾਏਗੀ। ਨੈਕਸਟ ਆਪਾਂ ਗੱਲ ਕਰਾਂਗੇ NO3 ਨੈਗੇਟਿਵ ਦੀ, NO3 ਨੈਗੇਟਿਵ, ਤਾਂ 1/2 ਨਾਈਟ੍ਰੋਜਨ ਦਾ ਕਿੰਨਾ ਹੋ ਜਾਏਗਾ 5,
ਨੈਕਸਟ ਅਗਰ ਆਪਾਂ ਗੱਲ ਕਰੀਏ ਆਕਸੀਜਨ ਤੇ ਫਿਰ 0 -1 ਹੈ ਤਾਂ ਕਿੰਨਾ ਆ ਜਾਏਗਾ ਪਲੱਸ ਹੋ ਜਾਏਗਾ। ਤਾਂ 5 + 1 6/2 ਕਿੰਨਾ ਆ ਗਿਆ 3। ਤਾਂ ਕੌਨਫੀਗਰੇਸ਼ਨ ਹਾਈਬ੍ਰਿਡਾਈਜੇਸ਼ਨ ਕੀ ਬਣ ਜਾਏਗੀ sp2। ਨੈਕਸਟ ਦੇਖਦੇ ਹਾਂ ਆਪਣੇ ਕੋਲ ਲਾਸਟ ਕੀ ਸੀਗਾ NH4 ਪੋਜ਼ਿਟਿਵ। ਦੇਖੋ NH4 ਦੀ ਗੱਲ ਕਰੀਏ NH4 ਪੋਜ਼ਿਟਿਵ ਹਮੇਸ਼ਾ ਯਾਦ ਰੱਖਣਾ ਆਪਾਂ ਨੇ ਸਿਰਫ ਮੋਨੋਵੈਲੈਂਟ ਲੈਣਾ। ਮੈंने ਵੀ ਇਹੀ ਮਿਸਟੇਕ ਕੀਤੀ ਸੀ। ਅਗਰ ਮੋਨੋਵੈਲੈਂਟ ਨਹੀਂ ਹੈ ਤਾਂ ਤੁਸੀਂ ਉਸਦੇ ਕੀ ਹੈ ਕਾਊਂਟ ਨਹੀਂ ਕਰੋਗੇ, ਉਸसे 0 ਲੈ ਲਓਗੇ। ਠੀਕ ਹੈ ਜੀ, ਮੋਨੋਵੈਲੈਂਟ ਲੈਣਾ। ਹੁਣ ਜਿਵੇਂ ਅਗਰ ਮੈਂ ਇਸ ਦੀ ਗੱਲ ਕਰਾਂ ਤਾਂ 1/2 ਵੈਸਪਰ ਥਿਊਰੀ ਦੇ ਅਕੋਰਡਿੰਗ ਨਾਈਟ੍ਰੋਜਨ ਦੇ ਵੈਲੈਂਸ ਇਲੈਕਟ੍ਰੋਨ 5। ਦੈਨ ਅਗਰ ਆਪਾਂ ਗੱਲ ਕਰੀਏ ਮੋਨੋਵੈਲੈਂਟ ਕਿੰਨੇ ਆਪਣੇ ਕੋਲ 4। ਚਾਰਜ ਕਿੰਨਾ +1 ਹੈ ਪਲੱਸ ਹੈ, ਬਟ ਆਪਾਂ ਕੀ ਕਰ ਦਿੰਦੇ ਹੁੰਦੇ ਆ ਓਪੋਜ਼ਿਟ -1 ਕਰ ਦਾਂਗੇ। 5 + 4 9 -1 8 ਕੀ ਆ ਗਿਆ 2। ਇਸ ਦਾ ਮਤਲਬ ਕਿੰਨੀ ਆ ਗਈ ਆਪਣੇ ਕੋਲ 4। ਤਾਂ ਹਾਈਬ੍ਰਿਡਾਈਜੇਸ਼ਨ ਕੀ ਬਣ ਜਾਏਗੀ sp3। ਹੁਣ ਈਜ਼ਲੀ ਤੁਸੀਂ ਦੱਸ ਸਕਦੇ ਹੋ ਕਿ ਕੀ ਆਪਣੇ ਕੋਲ ਹਾਈਬ੍ਰਿਡਾਈਜੇਸ਼ਨ ਆਈ ਹੈ। ਆਨਸਰ ਕੀ ਰਾਈਟ ਹੋਏਗਾ ਦੇਖੋ NO2 ਪੋਜ਼ਿਟਿਵ ਦਾ ਆਪਣੇ ਕੋਲ ਕੀ ਬਣਿਆ sp। ਦੇਖੋ ਫਸਟ 2 ਆਪਸ਼ਨ ਦੇ ਵਿੱਚ sp ਹੈ ਤਾਂ ਲਾਸਟ ਜੋ 2 ਆਪਸ਼ਨਸ ਹੈ ਉਹ ਕੱਟ ਹੋ ਗਈਆਂ। ਨੈਕਸਟ ਅਗਰ ਆਪਾਂ ਗੱਲ ਕਰੀਏ ਸੈਕਿੰਡ NO3 ਨੈਗੇਟਿਵ ਦੀ ਆਪਣੇ ਕੋਲ ਕਿੰਨੀ ਆਈ ਸੀ sp2 ਆਈ ਸੀ। ਤਾਂ ਦੇਖ ਲਓ sp2 ਕਿਸ ਦੇ ਵਿੱਚ ਹੈ ਆਪਸ਼ਨ B। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਜਾਏਗਾ ਆਪਸ਼ਨ B ਹੋ ਜਾਏਗਾ। ਕਲੀਅਰ, ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ ਤੇ ਸਮਝ ਆ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ MCQ ਦੀ। ਦੇਖੋ ਨੈਕਸਟ MCQ ਕੀ ਕਹਿੰਦੇ ਆ ਦ ਮੋਲੀਕਿਊਲ ਹੈਵਿੰਗ 1 ਅਨਪੇਅਰਡ ਇਲੈਕਟ੍ਰੋਨ। ਇਹਨਾਂ ਦੇ ਵਿੱਚੋਂ ਕਿਹੜਾ ਮੋਲੀਕਿਊਲ ਇਦਾਂ ਦਾ ਜਿਸ ਕੋਲ 1 ਅਨਪੇਅਰ ਇਲੈਕਟ੍ਰੋਨ ਹੈ। ਇਸ ਦੇ ਵਿੱਚੋਂ ਦੇਖੋ ਤੁਹਾਨੂੰ ਦਿੱਤੇ ਹੋਏ ਆ ਜਿਵੇਂ ਨਾਈਟ੍ਰੋਜਨ ਆਕਸਾਈਡ, ਕਾਰਬਨ ਮੋਨੋਆਕਸਾਈਡ, CN ਨੈਗੇਟਿਵ, ਸਾਈਨਾਈਡ ਸੌਰੀ ਆਕਸੀਜਨ ਦਾ ਮੋਲੀਕਿਊਲ। ਦੇਖੋ ਅਗਰ ਮੈਂ ਇਸ ਦੇ ਵਿੱਚ ਗੱਲ ਕਰਾਂ ਤਾਂ ਤੁਸੀਂ ਈਜ਼ਲੀ ਦੇਖ ਸਕਦੇ ਹੋ ਜਿਵੇਂ ਆਪਾਂ NaO ਦੀ ਗੱਲ ਕਰਦੇ ਹਾਂ ਫਸਟ ਆਪਸ਼ਨ ਦੇਖਦੇ ਹਾਂ। ਇਸ ਦੇ ਵਿੱਚ ਅਗਰ ਨਾਈਟ੍ਰੋਜਨ ਦੀ ਗੱਲ ਕਰਾਂ ਕਿੰਨੇ ਵੈਲੈਂਸ ਇਲੈਕਟ੍ਰੋਨ, ਨਾਈਟ੍ਰੋਜਨ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ 7। ਤਾਂ 7 ਅਗਰ ਇਹਨੂੰ ਮੈਂ ਸ਼ੋ ਕਰਾਂ ਤਾਂ ਨਾਈਟ੍ਰੋਜਨ ਤੇ ਕਿਸ ਵੇ ਦੇ ਨਾਲ ਕਰੂੰਗੀ 2 4 ਕੌਨਫੀਗਰੇਸ਼ਨ ਲਿਖੇ 2 5 ਇਸ ਤਰ੍ਹਾਂ ਬਣੇਗਾ। ਤਾਂ ਅਗਰ ਮੈਂ ਗੱਲ ਕਰਾਂ ਨਾਈਟ੍ਰੋਜਨ ਦਾ ਆਪਾਂ ਦੁਬਾਰਾ ਲਿਖ ਦਿੰਦੇ ਹਾਂ ਜਸਟ ਅ ਸੈਕਿੰਡ NO ਹਾਂਜੀ ਕਿੱਦਾਂ ਬਣੇਗਾ NO ਨਾਈਟ੍ਰੋਜਨ ਦੇ ਕਿੰਨੇ ਵੈਲੈਂਸ ਇਲੈਕਟ੍ਰੋਨ 5 1 2 3 4 5 ਬਣ ਗਿਆ ਆਪਣੇ ਕੋਲ ਦੇਖੋ 5 ਬਣ ਗਿਆ। ਨੈਕਸਟ ਅਗਰ ਮੈਂ ਗੱਲ ਕਰਾਂ ਆਕਸੀਜਨ ਦੀ, ਆਕਸੀਜਨ ਦੇ ਅਗਰ ਆਪਾਂ ਗੱਲ ਕਰੀਏ ਆਕਸੀਜਨ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ ਆਪਣੇ ਕੋਲ 8। ਤਾਂ ਵੈਲੈਂਸ ਇਲੈਕਟ੍ਰੋਨ ਕਿੰਨੇ ਹੁੰਦੇ ਆ 2 6 ਹੁੰਦੇ ਆ 6 ਲਗਾ ਦਿਓ 1 2 3 4 5 6 ਕਲੀਅਰ। ਇਸ ਤਰ੍ਹਾਂ ਨਾਲ ਬਣ ਗਿਆ। ਦੇਖੋ ਹੁਣ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੀ ਬੌਂਡਿੰਗ ਹੋਊਗੀ। ਇਹ ਤਾਂ ਦੋ ਹੈਗੇ ਹੀ ਨੇ, ਇਹ ਵੀ ਦੋ ਨੇ, ਇਹਨਾਂ ਨੇ ਵੀ ਆਪਸ ਦੇ ਵਿੱਚ ਕੀ ਹੈ ਸ਼ੇਅਰਿੰਗ ਕਰ ਲਈ, ਇਹ ਵੀ ਦੋ ਨੇ, ਇਹ ਵੀ ਦੋ ਬਣ ਗਏ। ਦੇਖੋ ਦੋ ਦੋ ਦਾ ਪੇਅਰ ਬਣਾਉਂਦੇ ਆ ਨਾ ਆਪਾਂ, ਆਪਣੇ ਕੋਲ ਕੀ ਹੈ ਇੱਕ ਬਚ ਗਿਆ। ਦੇਖੋ ਫਸਟ ਆਪਸ਼ਨ ਹੀ ਰਾਈਟ ਆ ਗਈ 1 ਕੀ ਬਚ ਗਿਆ ਆਪਣੇ ਕੋਲ ਅਨਪੇਅਰ ਇਲੈਕਟ੍ਰੋਨ। ਇਹੀ ਪੁੱਛਿਆ ਸੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਜਾਏਗਾ NO ਮੀਨਸ ਨਾਈਟ੍ਰੋਜਨ ਆਕਸਾਈਡ। ਇੱਕ ਹੋਰ ਕਰਕੇ ਦੇਖ ਲੈਂਦੇ ਆਪਾਂ ਜਿਵੇਂ CO ਕਾਰਬਨ ਮੋਨੋਆਕਸਾਈਡ, CO ਲੈ ਲੈਂਦੇ ਆਪਾਂ। ਦੇਖੋ ਕਾਰਬਨ ਮੋਨੋਆਕਸਾਈਡ, ਕਾਰਬਨ ਦੇ ਵੈਲੈਂਸ ਇਲੈਕਟ੍ਰੋਨ 4 ਹੁੰਦੇ ਆ ਆਪਣੇ ਕੋਲ, ਆਕਸੀਜਨ ਦੇ ਹੁਣੇ ਦੇਖੇ ਕਿੰਨੇ ਹੁੰਦੇ 6 4 5 6 ਕਲੀਅਰ। ਤਾਂ ਇਹ ਦੋਨੋਂ ਆਪਸ ਦੇ ਵਿੱਚ ਬੌਂਡਿੰਗ ਕਰ ਲੈਣਗੇ, ਇਹ ਦੋਨੋਂ ਆਪਸ ਦੇ ਵਿੱਚ ਬੌਂਡਿੰਗ ਕਰ ਲੈਣਗੇ, ਇਹ ਦੋਨੋਂ ਆਪਸ ਦੇ ਵਿੱਚ ਪੇਅਰਿੰਗ ਬਣਾ ਲੈਣਗੇ। ਜਦੋਂ ਪੇਅਰਿੰਗ ਹੋ ਗਈ ਤਾਂ ਇਹਦੇ ਵਿੱਚ ਅਨਪੇਅਰ ਇਲੈਕਟ੍ਰੋਨ ਇੱਕ ਵੀ ਨਹੀਂ ਹੈਗਾ, ਬਟ ਆਪਾਂ ਨੂੰ ਕੀ ਪੁੱਛਿਆ ਸੀ ਅਨਪੇਅਰ ਪੁੱਛਿਆ ਸੀ। ਕਲੀਅਰ, ਬਾਕੀ ਦੋ ਆਪਸ਼ਨਸ ਤੁਸੀਂ ਖੁਦ ਚੈੱਕ ਕਰਕੇ ਦੇਖ ਸਕਦੇ ਹੋ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ ਦ ਜਿਓਮੈਟਰੀ ਆਫ ClO3 ਨੈਗੇਟਿਵ ਅਕੋਰਡਿੰਗ ਟੂ ਵੈਲੈਂਸ ਸ਼ੈਲ ਇਲੈਕਟ੍ਰੋਨ ਪੇਅਰ ਰਿਪਲਸ਼ਨ ਥਿਊਰੀ ਵਿਲ ਬੀ। ਮੀਨਸ ਤੁਸੀਂ ਹੁਣ ਕੀ ਹੈ ਸਟਰਕਚਰ ਬਣਾਉਣੀ ਹੈ ਕਿਸ ਦੀ ClO3 ਨੈਗੇਟਿਵ ਦੀ ਵੈਸਪਰ ਥਿਊਰੀ ਦੇ ਅਕੋਰਡਿੰਗ। ਹੁਣੇ ਆਪਾਂ ਵੈਸਪਰ ਥਿਊਰੀ ਦੇ ਅਕੋਰਡਿੰਗ ਆਪਾਂ ਨੇ ਹਾਈਬ੍ਰਿਡਾਈਜੇਸ਼ਨ ਨਿਕਾਲੀ ਸੀ, ਉਸੇ ਦੇ ਅਕੋਰਡਿੰਗ ਹੁਣ ਆਪਾਂ ਇਸ ਦੀ ਕੀ ਨਿਕਾਲਾਂਗੇ ਸਟਰਕਚਰ ਨਿਕਾਲਾਂਗੇ। ਸੋਲਵ ਕਰਦੇ ਹਾਂ ਇਸ ਨੂੰ ClO3 ਨੈਗੇਟਿਵ ਦੀ, ClO3 ਨੈਗੇਟਿਵ ਦੀ ਆਪਾਂ ਕੀ ਬਣਾਉਣੀ ਹੈ ਸਟਰਕਚਰ ਬਣਾਉਣੀ ਹੈ। ਦੇਖੋ ਕਿਸ ਤਰ੍ਹਾਂ ਬਣੇਗੀ। ਸਭ ਤੋਂ ਪਹਿਲਾਂ ਵੈਲੈਂਸ ਇਲੈਕਟ੍ਰੋਨ ਦੇਖਾਂਗੇ ਆਪਾਂ ਕਿਸ ਦੇ ਕਲੋਰੀਨ ਦੇ, ਜੋ ਸੈਂਟਰਲ ਐਟਮ ਹੁੰਦਾ ਉਸ ਦੇ ਆਪਾਂ ਕੀ ਦੇਖਾਂਗੇ ਸੈਂਟਰਲ ਐਟਮ ਦੇ ਕੀ ਦੇਖਾਂਗੇ ਆਪਾਂ
ਵੈਲੈਂਸ ਇਲੈਕਟ੍ਰੋਨ ਮੀਨਸ ਕਲੋਰੀਨ ਦੇ ਵੈਲੈਂਸ ਇਲੈਕਟ੍ਰੋਨ ਕਿੰਨਾ ਹੁੰਦਾ ਆਪਣੇ ਕੋਲ 1 ਹੁੰਦਾ ਤਾਂ ਕਲੋਰੀਨ ਦਾ ਅਗਰ ਵੈਲੈਂਸ ਇਲੈਕਟ੍ਰੋਨ ਕੀ ਹੁੰਦਾ 1 ਹੁੰਦਾ। ਨੈਕਸਟ ਆਪਣੇ ਕੋਲ ਕੀ ਹੈ ਆਕਸੀਜਨ। ਆਕਸੀਜਨ ਦੀ ਗੱਲ ਕਰੀਏ ਦੇਖੋ ਹੁਣ ਆਕਸੀਜਨ ਦੇ ਅਗਰ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਨਾਲ ਬਣੇਗਾ। ਹਾਂਜੀ ਅਗਰ ਆਪਾਂ ਗੱਲ ਕਰੀਏ ਆਕਸੀਜਨ ਤੇ ਆਪਾਂ ਲਾਸਟ ਕੁਐਸਚਨ ਦੇ ਵਿੱਚ ਕੀਤਾ 0 ਸੌਰੀ ਕਲੋਰੀਨ ਤੇ ਇੱਥੇ ਵੈਲੈਂਸੀ ਆਪਣੇ ਕੋਲ 7 ਹੈ। ਕਲੋਰੀਨ ਦੇ ਵੈਲੈਂਸ ਇਲੈਕਟ੍ਰੋਨ ਕਿੰਨੇ ਹੁੰਦੇ ਆਪਣੇ ਕੋਲ 7। ਆਕਸੀਜਨ ਤੇ ਕਿੰਨਾ ਆਪਣੇ ਕੋਲ 0 ਕਲੀਅਰ। ਤਾਂ ਅਗਰ ਆਪਾਂ ਗੱਲ ਕਰੀਏ ਨੈਗੇਟਿਵ ਚਾਰਜ ਆਪਾਂ ਕੀ ਕਰਦੇ ਹਾਂ +1 ਵੈਲੈਂਸ ਇਲੈਕਟ੍ਰੋਨ ਲਿਖਨੇ ਸੀ ਕਲੋਰੀਨ ਦੇ ਤਾਂ ਵੈਲੈਂਸ ਇਲੈਕਟ੍ਰੋਨ 7 7 + 1 ਕਿੰਨਾ ਹੋ ਗਿਆ ਆਪਣੇ ਕੋਲ 8 ਹੋ ਗਿਆ। 8 ਨੂੰ 2 ਨਾਲ ਡਿਵਾਈਡ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਗਿਆ 4। ਦੇਖੋ ਹੁਣ 4 ਆਪਣੇ ਕੋਲ ਕੀ ਆਇਆ ਵੈਸਪਰ ਥਿਊਰੀ ਦੇ ਅਕੋਰਡਿੰਗ ਅਗਰ ਆਪਾਂ ਗੱਲ ਕਰੀਏ ਹਾਈਬ੍ਰਿਡਾਈਜੇਸ਼ਨ ਆਪਾਂ ਇਦਾਂ ਹੀ ਨਿਕਾਲਦੇ ਆ ਕਿੰਨੀ ਬਣੂਗੀ sp3 ਬਣੂਗੀ ਕਲੀਅਰ sp3 ਬਣੂਗੀ। ਦੇਖੋ ਹੁਣ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ 3 ਤਾਂ ਆਪਣੇ ਕੀ ਹੋ ਗਏ ਬੌਂਡ ਪੇਅਰ ਹੋ ਗਏ 3 ਕੀ ਹੋ ਗਿਆ ਆਪਣੇ ਕੋਲ ਬੌਂਡ ਪੇਅਰ ਹੋ ਗਏ। ਦੇਖੋ ClO3 ਨੈਗੇਟਿਵ ਹੈ 3 ਅਗਰ ਆਪਣੇ ਕੋਲ ਕੀ ਹੋ ਗਏ ਬੌਂਡ ਪੇਅਰ ਹੋ ਗਏ ਤਾਂ ਇੱਕ ਕੀ ਰਹਿ ਜਾਊਗਾ ਆਪਣੇ ਕੋਲ ਲੋਨ ਪੇਅਰ 4 ਹੈ ਨਾ ਤਾਂ 3 ਬੌਂਡ ਪੇਅਰ ਹੈ ਇੱਕ ਕੀ ਆ ਗਿਆ ਲੋਨ ਪੇਅਰ। ਤਾਂ ਇਸ ਦੀ ਸਟਰਕਚਰ ਕਿੱਦਾਂ ਬਣੇਗੀ ਆਪਣੇ ਕੋਲ 3 ਬੌਂਡ ਬਣਾ ਦਾਂਗੇ ਇੱਕ ਆਪਾਂ ਕੀ ਬਣਾ ਦਾਂਗੇ ਲੋਨ ਪੇਅਰ ਬਣਾ ਦਾਂਗੇ Cl ਦੇ ਅਰਾਊਂਡ। ਇਸ ਤਰ੍ਹਾਂ ਨਾਲ ਇਹ ਕੀ ਬਣ ਜਾਊਗਾ ਤੁਹਾਡਾ O ਇਸ ਤੇ ਚਾਰਜ ਕੀ ਆ ਜਾਊਗਾ ਨੈਗੇਟਿਵ ਚਾਰਜ ਆ ਜਾਊਗਾ। ਇਹ ਤੁਹਾਡੀ ਕੀ ਬਣ ਗਈ ਸਟਰਕਚਰ ਬਣ ਗਈ। ਹੁਣ ਤੁਸੀਂ ਕੀ ਦੱਸਣਾ ਹੈ ਇਹ ਜੋ ਸਟਰਕਚਰ ਹੈ ਇਹ ਕਿਸ ਤਰ੍ਹਾਂ ਦੀ ਸਟਰਕਚਰ ਹੈ ClO3 ਨੈਗੇਟਿਵ ਹੈ ਜੋ ਕਿਸ ਤਰ੍ਹਾਂ ਦੀ ਸਟਰਕਚਰ ਹੈ ਤੁਹਾਡੇ ਤੋਂ ਇਹ ਕੁਐਸਚਨ ਪੁੱਛਿਆ ਗਿਆ। ਦੇਖੋ ਆਪਸ਼ਨਸ ਦੇਖਦੇ ਹਾਂ ਤਾਂ ਆਪਸ਼ਨਸ ਦੇਖ ਕੇ ਆਪਾਂ ਨੂੰ ਈਜ਼ਲੀ ਪਤਾ ਲੱਗ ਜੂਗਾ ਕਿ ਇਹ ਕਿਸ ਤਰ੍ਹਾਂ ਦੀ ਸਟਰਕਚਰ ਹੈ। ਦੇਖੋ ਆਪਾਂ ਸੌਰੀ ਦੇਖ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਆਪਾਂ ਨੂੰ ਆਪਸ਼ਨਸ ਗਿਵਨ ਹੈ। ClO3 ਨੈਗੇਟਿਵ ਦੀ ਦੇਖੋ ਆਪਾਂ ਨੇ ਕੀ ਦੱਸਣੀ ਹੈ ਕਿ ਇਸ ਦੀ ਕਿਸ ਤਰ੍ਹਾਂ ਦੀ ਸਟਰਕਚਰ ਹੈ। ਤਾਂ ਅਗਰ ਆਪਾਂ ਗੱਲ ਕਰੀਏ ਇਹ ਜੋ ਸਟਰਕਚਰ ਹੈ ਕਿਸ ਤਰ੍ਹਾਂ ਦੀ ਹੈ ਪਿਰਾਮਿਡਲ। ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਜਾਏਗਾ ਆਪਣੇ ਕੋਲ ਆਪਸ਼ਨ ਬੀ ਕਿ ਇਹ ਜੋ ਸਟਰਕਚਰ ਹੈ ਕਿਸ ਤਰ੍ਹਾਂ ਦੀ ਸਟਰਕਚਰ ਦੀ ਫਾਰਮੇਸ਼ਨ ਹੋਏਗੀ। ਕਲੀਅਰ ਹੋਇਆ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ। ਐਕਚੁਅਲੀ ਵੈਲੈਂਸ ਇਲੈਕਟ੍ਰੋਨ ਲੈਣੇ ਸੀ ਮੈਨੇ ਕੀ ਲੈ ਲਿਆ ਸੀ ਜੋ ਆਪਣੇ ਕੋਲ ਇਲੈਕਟ੍ਰੋਨ ਕੀ ਹੈ ਇੱਕ ਬਚ ਜਾਂਦਾ ਹੈ ਮਤਲਬ ऑक्टेट कंप्लीट ਕਰਨ ਦੇ ਲਈ ਜੋ ਰਹਿ ਜਾਂਦਾ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਏਗਾ ਆਪਸ਼ਨ ਬੀ ਆਏਗਾ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ ਵਿਚ ਆਫ ਦਾ ਫੋਲੋਇੰਗ ਹੈਲੋਜਨ ਹੈਜ਼ ਦਾ ਹਾਈਐਸਟ ਬੌਂਡ એનર્ਜੀ। ਸਭ ਤੋਂ ਜ਼ਿਆਦਾ ਬੌਂਡ એનર્ਜੀ ਕਿਸ ਦੀ ਹੁੰਦੀ ਹੈ ਫਲੋਰੀਨ ਦੀ ਕਲੋਰੀਨ ਦੀ ਬ੍ਰੋਮੀਨ ਦੀ ਆਇਓਡੀਨ ਦੀ। ਸਾਰੇ ਹੈਲੋਜਨ ਹੈ ਜਿਸ ਦੇ ਵਿੱਚੋਂ ਹਾਈ ਬੌਂਡ એનર્ਜੀ ਪੁੱਛਿਆ ਤਾਂ ਸਭ ਤੋਂ ਜ਼ਿਆਦਾ ਬੌਂਡ એનર્ਜੀ ਕਿਸ ਦੀ ਹੁੰਦੀ ਹੈ ਕਲੋਰੀਨ ਦੀ ਹੁੰਦੀ ਹੈ। ਯਾਦ ਰੱਖਣਾ ਇਸ ਕੁਐਸਚਨ ਦਾ ਰਾਈਟ ਆਨਸਰ ਵੀ ਆਪਸ਼ਨ ਬੀ ਹੈ ਸਾਰੇ ਹੈਲੋਜਨਸ ਦੇ ਨਾਲੋਂ। ਠੀਕ ਹੈ ਜੀ ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ MCQ ਦੀ। ਨੈਕਸਟ ਦੇਖੋ ਕੀ ਹੈ ਹਾਈਡਰੋਜਨ ਬੌਂਡਿੰਗ ਇਜ਼ ਨਾਟ ਪ੍ਰੈਜ਼ੈਂਟ ਇਨ। ਹਾਈਡਰੋਜਨ ਬੌਂਡਿੰਗ ਕਿਸ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੁੰਦੀ ਤੁਹਾਡੇ ਤੋਂ ਇਹ ਪੁੱਛਿਆ ਗਿਆ। ਦੇਖੋ ਹਾਈਡਰੋਜਨ ਬੌਂਡਿੰਗ ਕਿੱਥੇ ਪ੍ਰੈਜ਼ੈਂਟ ਹੁੰਦੀ ਹੈ ਅਗਰ ਆਪਾਂ ਗੱਲ ਕਰੀਏ ਵਾਟਰ ਦੇ ਵਿੱਚ ਡੈਫੀਨੇਟਲੀ ਪ੍ਰੈਜ਼ੈਂਟ ਹੁੰਦੀ ਹੈ ਮੀਨਸ ਆਕਸੀਜਨ ਦੇ ਨਾਲ ਬੌਂਡਿੰਗ ਹੁੰਦੀ ਹੈ। ਨੋਟ ਪੁੱਛਿਆ ਇਹ ਧਿਆਨ ਦੇ ਵਿੱਚ ਰੱਖਣਾ ਮੀਨਸ ਹਾਈਡਰੋਜਨ ਬੌਂਡਿੰਗ ਅਗਰ ਆਪਾਂ ਗੱਲ ਕਰੀਏ ਇਲੈਕਟ੍ਰੋਨੈਗੇਟਿਵ ਐਲੀਮੈਂਟ ਨਾਲ ਹੁੰਦੀ ਹੈ ਫੋਨ ਨਾਲ ਹੁੰਦੀ ਹੈ ਫਲੋਰੀਨ ਆਕਸੀਜਨ ਤੇ ਨਾਈਟ੍ਰੋਜਨ ਨਾਲ। ਵਾਟਰ ਦੇ ਵਿੱਚ ਆਕਸੀਜਨ ਪ੍ਰੈਜ਼ੈਂਟ ਹੁੰਦਾ ਹਾਈਡਰੋਜਨ ਬੌਂਡਿੰਗ ਹੋਏਗੀ। ਠੀਕ ਹੈ ਜੀ ਹਾਈਡਰੋਜਨ ਸਲਫਾਈਡ ਦੀ ਅਗਰ ਮੈਂ ਗੱਲ ਕਰਾਂ ਤਾਂ ਸਲਫਰ ਤਾਂ ਗਲਤ ਹੋ ਗਿਆ ਇਸ ਕੁਐਸਚਨ ਦਾ ਗਲਤ ਹੈ ਮੀਨਸ ਇਸ 'ਚ ਹਾਈਡਰੋਜਨ ਬੌਂਡਿੰਗ ਨਹੀਂ ਹੋਏਗੀ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਸ਼ਨ ਸੀ ਹਾਈਡਰੋਜਨ ਫਲੋਰਾਈਡ ਦੇ ਵਿੱਚ ਵੀ ਹੋਏਗੀ ਤੇ ਗਲਿਸਰੀਨ ਦੇ ਵਿੱਚ ਵੀ ਹੋਏਗੀ। ਠੀਕ ਹੈ ਜੀ ਨੈਕਸਟ ਆਪਾਂ ਗੱਲ ਕਰਾਂਗੇ 31th MCQ ਦੀ। ਸਟਰਕਚਰ ਬਣਾਉਣੀ ਹੈ ਇਨ K4FeCN6R ਕਿ ਦ ਬੌਂਡਸ ਦੱਸਣੇ ਨੇ ਸਾਰੇ ਆਇਨਿਕ ਹੋਣਗੇ ਸਾਰੇ ਕੋਵਲੈਂਟ ਹੋਣਗੇ ਜਾਂ ਆਇਨਿਕ ਕੋਵਲੈਂਟ ਦੋਨੋਂ ਹੋਣਗੇ ਜਾਂ ਆਇਨਿਕ ਕੋਵਲੈਂਟ ਤੇ ਕੋਆਰਡੀਨੇਸ਼ਨ ਬੌਂਡ ਹੋਣਗੇ। ਦੇਖੋ ਇਸ ਦੇ ਲਈ ਤੁਹਾਨੂੰ ਸਟਰਕਚਰ ਆਉਣੀ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਇੱਕ ਵਾਰ ਡਾਇਰੈਕਟ ਸਟਰਕਚਰ ਬਣਾ ਕੇ ਦਿਖਾ ਦਿੰਦੀ ਹਾਂ। ਦੇਖੋ ਇਸ ਦੀ ਸਟਰਕਚਰ ਕਿੱਦਾਂ ਬਣੇਗੀ ਅਗਰ ਆਪਾਂ ਗੱਲ ਕਰੀਏ K4 ਤਾਂ ਬਾਹਰ ਆ ਜਾਏਗਾ K ਪੋਜ਼ਿਟਿਵ 4 ਕਿਉਂਕਿ ਇਹ ਜੋ ਆਪਣੇ ਕੋਲ ਆਇਨ ਬਣੇਗਾ ਨੈਗੇਟਿਵਲੀ ਚਾਰਜ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਵਾਲਾ ਆਇਰਨ ਸੈਂਟਰ ਦੇ ਵਿੱਚ ਹੋਏਗਾ ਤੇ ਆਲੇ ਦੁਆਲੇ ਕੀ ਲੱਗੇ ਹੋਣਗੇ C ਟ੍ਰਿਪਲ ਬੌਂਡ N ਦੇ ਮੋਲੀਕਿਊਲ ਲੱਗੇ ਹੋਣਗੇ। ਠੀਕ ਹੈ ਜੀ ਇੱਥੇ ਵੀ ਇਹ ਕੋਆਰਡੀਨੇਸ਼ਨ ਬੌਂਡ ਬਣਾਉਣਗੇ C ਟ੍ਰਿਪਲ N ਦੇ ਆਪਣੇ ਕੋਲ ਕਿੰਨੇ ਲੱਗਣਗੇ ਅਗਰ ਆਪਾਂ ਗੱਲ ਕਰੀਏ C ਟ੍ਰਿਪਲ N ਮੈਂ ਫੁੱਲੀ ਬਣਾ ਦਿੰਦੀ ਹਾਂ C ਟ੍ਰਿਪਲ N ਮਤਲਬ ਟ੍ਰਿਪਲ ਬੌਂਡਿੰਗ ਹੋ ਰਹੀ ਹੈ ਇਹਨਾਂ ਦੇ ਵਿਚਕਾਰ ਤਾਂ 6 ਬਣਨਗੇ। ਇਹ ਤਾਂ 4 ਇੱਧਰ ਸੀ 6 ਬਣਨਗੇ C ਟ੍ਰਿਪਲ N
ਨੈਕਸਟ ਇੱਧਰ C, ਇਹ ਆਪਣੇ ਕੋਲ ਕੀ ਬਣ ਜੂਗੀ, ਸਟਰਕਚਰ ਬਣ ਜੂ K4FeCN6 ਦੀ। ਤਾਂ ਅਗਰ ਇਹ ਦੇਖੀਏ ਇਹਦੇ ਵਿੱਚ ਕੋਆਰਡੀਨੇਸ਼ਨ ਬੌਂਡ ਵੀ ਬਣ ਰਹੇ ਹੈ, ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਕੋਵਲੈਂਟ ਬੌਂਡਿੰਗ ਵੀ ਹੋ ਰਹੀ ਹੈ, ਤਾਂ ਇਸ ਦੇ ਵਿੱਚ ਤਿੰਨੇ ਤਰ੍ਹਾਂ ਦੀ ਬੌਂਡਿੰਗ ਹੋ ਰਹੀ ਹੈ, ਆਇਨਿਕ ਬੌਂਡਿੰਗ ਵੀ ਹੋ ਰਹੀ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੋ ਜਾਏਗਾ ਆਪਣੇ ਕੋਲ, ਆਪਸ਼ਨ ਡੀ ਹੋ ਜਾਏਗਾ। ਕਲੀਅਰ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ I don't know what is the exact number of question. In which of the following ionic covalent coordinate bonds are formed? ਇਹਨਾਂ ਦੇ ਵਿੱਚੋਂ ਕਿਸ ਦੇ ਵਿੱਚ ਤਿੰਨੇ ਤਰ੍ਹਾਂ ਦੇ ਬੌਂਡ ਦੀ ਫਾਰਮੇਸ਼ਨ ਹੁੰਦੀ ਹੈ, ਵਾਟਰ, ਅਮੋਨੀਆ, ਸੋਡੀਅਮ ਸਾਈਨਾਈਡ ਤੇ ਪੋਟਾਸ਼ੀਅਮ ਬ੍ਰੋਮਾਈਡ। ਦੇਖੋ ਅਗਰ ਆਪਾਂ ਗੱਲ ਕਰੀਏ ਵਾਟਰ ਦੇ ਵਿੱਚ ਤਾਂ ਹਾਈਡਰੋਜਨ ਬੌਂਡਿੰਗ ਹੋ ਜਾਂਦੀ ਹੈ, ਅਮੋਨੀਆ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ ਨਾਈਟ੍ਰੋਜਨ ਤੇ ਹਾਈਡਰੋਜਨ ਦੇ ਵਿਚਕਾਰ ਬੌਂਡਿੰਗ ਹੋ ਜਾਂਦੀ ਹੈ, ਤੁਸੀਂ ਇਹ ਦੇਖ ਲਿਓ ਕੋਵਲੈਂਟ ਹੁੰਦੀ ਹੈ ਜਾਂ ਆਈ ਥਿੰਕ ਹਾਂਜੀ ਸ਼ਾਇਦ ਕੋਵਲੈਂਟ ਹੁੰਦੀ ਹੈ ਇਹਨਾਂ ਦੇ ਵਿਚਕਾਰ। ਨਾਈਟ੍ਰੋਜਨ ਦੀ ਅਗਰ ਆਪਾਂ ਗੱਲ ਕਰੀਏ ਕਿੰਨੇ ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਆ, 7 ਟੋਟਲ ਐਟਮਸ ਹੁੰਦੇ ਆ, 5 ਆਊਟਰ ਦੇ ਵਿੱਚ ਹੁੰਦੇ ਆ, ਤਾਂ ਹਾਈਡਰੋਜਨ ਦੇ H3 ਲੱਗ ਜਾਏਗਾ, ਠੀਕ ਹੈ ਜੀ, ਤਾਂ ਅਮੋਨੀਆ ਤਿਆਰ ਹੋ ਜਾਏਗਾ, ਈਜ਼ਲੀ ਬਣ ਜਾਏਗਾ। ਅਗਰ ਆਪਾਂ ਗੱਲ ਕਰੀਏ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੋਏਗਾ, ਆਪਸ਼ਨ ਸੀ ਸੋਡੀਅਮ ਸਾਈਨਾਈਡ। ਜੋ ਸੋਡੀਅਮ ਸਾਈਨਾਈਡ ਹੈ ਉਹ ਕੀ ਬਣਾਉਂਦਾ, ਆਇਨਿਕ ਬੌਂਡ ਵੀ ਬਣਾਉਂਦਾ, ਕੋਵਲੈਂਟ ਬੌਂਡਿੰਗ ਵੀ ਬਣਾਉਂਦਾ ਤੇ ਕੋਆਰਡੀਨੇਸ਼ਨ ਬੌਂਡਿੰਗ ਵੀ ਬਣਾਉਂਦਾ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੋ ਗਿਆ, ਆਪਸ਼ਨ ਸੀ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ, ਦ ਡਿਫਰੈਂਸ ਇਨ ਇਲੈਕਟ੍ਰੋਨੈਗੇਟਿਵਿਟੀ ਆਫ ਟੂ ਐਲੀਮੈਂਟ ਇਜ਼ ਵੈਰੀ ਲਾਰਜ। ਕਿੰਨਾ ਦੇ ਵਿੱਚ ਕੀ ਹੈ, ਅਗਰ ਆਪਾਂ ਗੱਲ ਕਰੀਏ ਇਲੈਕਟ੍ਰੋਨੈਗੇਟਿਵਿਟੀ ਦਾ ਜੋ ਡਿਫਰੈਂਸ ਹੈ ਐਲੀਮੈਂਟਸ ਦਾ, ਉਹ ਸਭ ਤੋਂ ਜ਼ਿਆਦਾ ਲਾਰਜ ਹੁੰਦਾ ਹੈ। ਆਪਸ਼ਨ ਏ ਹੈ ਬੌਂਡ ਇਜ਼ 50%, ਅਗਰ 50% ਆਇਨਿਕ ਹੈ। ਆਪਸ਼ਨ ਬੀ ਅਗਰ ਬੌਂਡ 100% ਆਇਨਿਕ ਹੈ। ਆਪਸ਼ਨ ਸੀ ਦ ਬੌਂਡ ਇਜ਼ ਮੋਰ ਕੋਵਲੈਂਟ ਦੈਨ ਆਇਨਿਕ, ਬੌਂਡ ਜ਼ਿਆਦਾ ਕੋਵਲੈਂਟ ਹੈ ਆਇਨਿਕ ਨਾਲੋਂ। ਆਪਸ਼ਨ ਡੀ ਹੈ ਬੌਂਡ ਇਜ਼ ਮੋਰ ਆਇਨਿਕ ਦੈਨ ਕੋਵਲੈਂਟ, ਜਾਂ ਬੌਂਡ ਜ਼ਿਆਦਾ ਆਇਨਿਕ ਹੈ ਕੋਵਲੈਂਟ ਨਾਲੋਂ। ਹਾਂਜੀ ਦੇਖੋ ਅਗਰ ਡਿਫਰੈਂਸ ਇਲੈਕਟ੍ਰੋਨੈਗੇਟਿਵਿਟੀ ਆਫ ਟੂ ਐਲੀਮੈਂਟ ਦਾ ਜ਼ਿਆਦਾ ਹੋਊਗਾ ਤਾਂ ਜੋ ਬੌਂਡ ਹੋਏਗਾ ਉਹ ਜ਼ਿਆਦਾ ਆਇਨਿਕ ਹੋਏਗਾ ਦੈਨ ਕੋਵਲੈਂਟ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਆ ਜਾਏਗਾ, ਆਪਸ਼ਨ ਡੀ। ਇਹ ਤੁਸੀਂ ਡਾਇਰੈਕਟ ਲਰਨ ਕਰ ਸਕਦੇ ਹੋ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ, ਵਿਚ ਆਫ ਦਾ ਫੋਲੋਇੰਗ ਐਲੀਮੈਂਟ ਹੈਵ ਦਾ ਲੋਐਸਟ ਇਲੈਕਟ੍ਰੋਨ ਐਫਿਨਿਟੀ। ਸਭ ਤੋਂ ਘੱਟ ਇਲੈਕਟ੍ਰੋਨ ਐਫਿਨਿਟੀ ਕਿਸ ਦੇ ਵਿੱਚ ਹੈ, ਤੁਹਾਨੂੰ ਕੋਲ ਇਹ ਪੁੱਛਿਆ ਗਿਆ। ਦੇਖੋ ਅਗਰ ਆਪਾਂ ਗੱਲ ਕਰੀਏ ਇਲੈਕਟ੍ਰੋਨ ਐਫਿਨਿਟੀ ਦੀ ਤਾਂ ਸਭ ਤੋਂ ਘੱਟ ਆਪਸ਼ਨਸ ਦੇਖ ਲੈਂਦੇ ਹਾਂ। ਆਪਸ਼ਨ ਏ ਹੈ ਨਾਈਟ੍ਰੋਜਨ, ਆਪਸ਼ਨ ਬੀ ਹੈ ਫਲੋਰੀਨ, ਆਪਸ਼ਨ ਸੀ ਹੈ ਕਲੋਰੀਨ, ਆਪਸ਼ਨ ਡੀ ਹੈ ਫਾਸਫੋਰਸ। ਤਾਂ ਇਹਨਾਂ ਦੇ ਵਿੱਚੋਂ ਦੱਸਣਾ ਦੇਖੋ ਇਸ ਦੀ ਅਗਰ ਗੱਲ ਕਰੀਏ ਸਭ ਤੋਂ ਅਗਰ ਘੱਟ ਲੋਐਸਟ ਇਲੈਕਟ੍ਰੋਨ ਐਫਿਨਿਟੀ ਇਹਨਾਂ ਸਭ ਦੇ ਵਿੱਚੋਂ ਕੌਣ ਹੈ, ਫਾਸਫੋਰਸ। ਇਸ ਦਾ ਵੀ ਰਾਈਟ ਆਂਸਰ ਕੀ ਆਏਗਾ, ਆਪਸ਼ਨ ਡੀ। ਦੇਖੋ ਜੋ ਫਾਸਫੋਰਸ ਹੈ ਉਸ ਦੀ ਲੋਐਸਟ ਇਲੈਕਟ੍ਰੋਨ ਐਫਿਨਿਟੀ ਹੈ, ਕਿਉਂ ਹੈ, ਕਿਉਂਕਿ ਉਸ ਦੇ ਵਿੱਚ ਜੋ ਪੀ ਔਰਬਿਟਲ ਹੈ ਫਾਸਫੋਰਸ ਦੇ ਵਿੱਚ ਉਹ ਹਾਫ ਫੀਲਡ ਹੈ, ਕੀ ਆਪਣੇ ਕੋਲ ਹਾਫ ਫੀਲਡ ਹੈ। ਤਾਂ ਪਰ ਜੋ ਨਾਈਟ੍ਰੋਜਨ ਦੀ ਇਲੈਕਟ੍ਰੋਨ ਅਫਿਨਿਟੀ ਹੈ ਉਹ ਜ਼ਿਆਦਾ ਹੈ ਫਾਸਫੋਰਸ ਦੇ ਨਾਲੋਂ, ਕਿਉਂ, ਕਿਉਂਕਿ ਜੋ ਨਾਈਟ੍ਰੋਜਨ ਹੈ ਉਸ ਦੀ ਜ਼ਿਆਦਾ ਹੈ ਫਾਸਫੋਰਸ ਦੇ ਨਾਲੋਂ ਬਿਕੋਜ਼ ਆਫ ਲਾਰਜ ਨਿਊਕਲੀਅਰ ਅਟਰੈਕਟਿਵ ਇਨ ਜੋ ਲਾਰਜ ਨਿਊਕਲੀਅਰ ਅਟਰੈਕਸ਼ਨਸ ਨੇ ਕਿਸ ਦੇ ਵਿੱਚ, ਨਾਈਟ੍ਰੋਜਨ ਦੇ ਵਿੱਚ ਐਜ਼ ਕੰਪੈਰੀਜ਼ਨ ਟੂ ਫਾਸਫੋਰਸ। ਇਸ ਦੇ ਲਈ ਜੋ ਫਾਸਫੋਰਸ ਹੈ ਇਸ ਦੀ ਜੋ ਇਲੈਕਟ੍ਰੋਨ ਅਫਿਨਿਟੀ ਹੈ ਉਹ ਬਹੁਤ ਜ਼ਿਆਦਾ ਕੀ ਹੈ, ਲੋ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਵੀ ਕੀ ਆ ਜਾਏਗਾ, ਆਪਸ਼ਨ ਡੀ ਆ ਜਾਏਗਾ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ। ਨੈਕਸਟ ਦੇਖੋ ਕੀ ਹੈ ਆਪਣੇ ਕੋਲ ਥਰਡ, ਦ ਕਰੈਕਟ ਆਰਡਰ ਆਫ ਸੈਕਿੰਡ ਆਇਓਨਾਈਜੇਸ਼ਨ ਪੋਟੈਂਸ਼ੀਅਲ ਆਫ ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ। ਤੁਸੀਂ ਆਰਡਰ ਦੱਸਣਾ ਸੈਕਿੰਡ ਆਇਓਨਾਈਜੇਸ਼ਨ ਪੋਟੈਂਸ਼ੀਅਲ ਦਾ। ਦੇਖੋ ਅਗਰ ਆਪਾਂ ਗੱਲ ਕਰੀਏ ਆਇਓਨਾਈਜੇਸ਼ਨ ਪੋਟੈਂਸ਼ੀਅਲ ਦੀ, ਉਹ ਆਇਓਨਾਈਜੇਸ਼ਨ ਪੋਟੈਂਸ਼ੀਅਲ ਦੀ ਅਗਰ ਆਪਾਂ ਗੱਲ ਕਰੀਏ ਆਇਓਨਾਈਜੇਸ਼ਨ ਪੋਟੈਂਸ਼ੀਅਲ ਦੀ, ਤਾਂ ਉਹ ਇਨਕਰੀਜ਼ ਹੁੰਦਾ ਆਇਓਨਾਈਜੇਸ਼ਨ ਪੋਟੈਂਸ਼ੀਅਲ ਅਲੋਂਗ ਦਾ ਪੀਰੀਅਡ। ਜਦੋਂ ਆਪਾਂ ਅਲੋਂਗ ਦਾ ਪੀਰੀਅਡ ਮੂਵ ਕਰਦੇ ਹਾਂ, ਲੈਫਟ ਟੂ ਰਾਈਟ ਮੂਵ ਕਰਦੇ ਹਾਂ ਪੀਰੀਓਡਿਕ ਟੇਬਲ ਦੇ ਵਿੱਚ, ਤਾਂ ਆਇਓਨਾਈਜੇਸ਼ਨ ਪੋਟੈਂਸ਼ੀਅਲ ਕੀ ਹੁੰਦਾ, ਇਨਕਰੀਜ਼ ਹੁੰਦਾ। ਬਟ ਇੱਥੇ ਆਪਣੇ ਕੋਲ ਗੱਲ ਕਿਹਦੀ ਕੀਤੀ ਗਈ ਹੈ, ਸੈਕਿੰਡ ਆਇਓਨਾਈਜੇਸ਼ਨ ਦੀ। ਇਹ ਤਾਂ ਫਸਟ ਹੈ ਨਾ, ਆਪਣੇ ਕੋਲ ਗੱਲ ਕੀਤੀ ਗਈ ਹੈ ਸੈਕਿੰਡ ਆਇਓਨਾਈਜੇਸ਼ਨ ਪੋਟੈਂਸ਼ੀਅਲ ਦੀ। ਤਾਂ ਜੋ ਸਭ ਤੋਂ ਜ਼ਿਆਦਾ ਕਿਸ ਦੀ ਹੋਏਗੀ, ਆਕਸੀਜਨ ਦੀ। ਆਕਸੀਜਨ ਦੀ ਕੀ ਹੋਏਗੀ, ਹਾਈਐਸਟ ਹੋਏਗੀ ਬਾਕੀਆਂ ਨਾਲੋਂ। ਕਿਉਂ ਹੋਏਗੀ ਹਾਈਐਸਟ, ਕਿਉਂਕਿ ਜੋ ਆਕਸੀਜਨ ਹੈ ਜਦੋਂ ਉਹ ਆਪਣਾ ਇੱਕ ਇਲੈਕਟ੍ਰੋਨ ਰਿਮੂਵ ਕਰ ਦਿੰਦਾ। ਫਸਟ ਆਇਓਨਾਈਜੇਸ਼ਨ ਦਾ ਮਤਲਬ ਕੀ ਹੁੰਦਾ, ਜਦੋਂ ਫਸਟ ਇਲੈਕਟ੍ਰੋਨ ਰਿਮੂਵ ਕੀਤਾ। ਸੈਕਿੰਡ ਆਇਓਨਾਈਜੇਸ਼ਨ ਦਾ ਮਤਲਬ ਕੀ ਹੁੰਦਾ, ਸੈਕਿੰਡ ਇਲੈਕਟ੍ਰੋਨ ਰਿਮੂਵ ਕਰੇਗਾ। ਜਿਵੇਂ ਹੁਣ ਆਪਾਂ ਗੱਲ ਕਰੀਏ ਆਕਸੀਜਨ ਦੀ, ਅਟੋਮਿਕ ਨੰਬਰ ਕੀ ਹੈ 8, ਕੌਨਫੀਗਰੇਸ਼ਨ ਦੀ ਗੱਲ ਕਰੀਏ 1s2 2s2, ਠੀਕ ਹੈ ਜੀ।
2p4। क्लियर। देखो फर्स्ट इलैक्ट्रॉन की है इस चो ईजिली रिमूव हो जाऊगा, बट जो सैकेंड आयोनाइजेशन की गल होगी तो जो पी है वो की बन जाऊगा, हाफ फिल्ड बन जू। जो पी हाफ फिल्ड बन गया तो उसदे विच की है ज़्यादा एनर्जी की जरूरत पऊगी, क्योंकि इलैक्ट्रॉन रिमूव करना की हो जाऊगा, बहुत ज़्यादा डिफिकल्ट हो जाऊगा। तो सब तो ज़्यादा किसदी होएगी, सैकेंड आयोनाइजेशन पोटेंशियल की वैल्यू ऑक्सीजन दी होएगी। तो इस क्वेश्चन का राइट आंसर की आ जाएगा अपने को ऑप्शन सी, सब तो ज़्यादा ऑक्सीजन दी, दैन फ्लोरीन दी, दैन नाइट्रोजन दी, उस तो बाद किसदी आ जाएगी, कार्बन दी। तो इस क्वेश्चन का राइट आंसर की आ जाएगा ऑप्शन सी। नैक्सट देखते हैं आप फोर्थ MCQ की अपने को, विच ऑफ द फॉलोइंग स्पीसीज हैज़ द हाईएस्ट आयोनाइजेशन पोटेंशियल। इन्हों के विचों सब तो ज़्यादा आयोनाइजेशन पोटेंशियल किसदा? आयोनाइजेशन पोटेंशियल मैं हुणे दसिया कि इलैक्ट्रॉन रिमूव करके स्टेबल कॉन्फिगरेशन बनाना। तो इस क्वेश्चन की अगर आप गल करिए, इस क्वेश्चन का राइट आंसर की आ जाएगा अपने को, फोर्थ की गल करिए, देखो लीथियम की हाई आयोनाइजेशन पोटेंशियल होंगी है भी क्योंकि स्टेबिलिटी मिल जूगी, इसका साइज भी की होंगे, स्मॉल होंगे। क्लियर। तो जो लीथियम पॉजिटिव है वो की है, अगर आप गल करिए हाईएस्ट आयोनाइजेशन पोटेंशियल की वैल्यू होएगी। तो इस क्वेश्चन का राइट आंसर की हो जाएगा अपने को ऑप्शन ए हो जाएगा। आई थिंक ये क्वेश्चन मैं तुम्हें करवा भी चुकी हाँ, जो लास्ट वीडियो से रिपीट हो चुके हैं आई थिंक ये। चलो कोई गल नहीं। नैक्सट आप गल करांगे जो अपने को फिफ्थ MCQ है, विच ऑफ द फॉलोइंग एलिमेंट्स आर एनालॉग टू द लेंथेनाइड्स। ये रिपीट हो चुके हैं। तो इस क्वेश्चन का राइट आंसर की आएगा एक्टिनाइड्स। इस दे जो इन्हों दी प्रॉपर्टीज़ की ने, ये F ब्लॉक ने, ये इनर शैल वाले हैं। तो इन्हों दी अगर आप गलीए एक दूजे के एनालॉग्स ने। क्लियर। तो इस क्वेश्चन का राइट आंसर ए है। आई थिंक ये मैं करवा भी चुकी सी, रिपीट हो गए, बट चलो कोई गल नहीं। आई होप तुहानू MCQs क्लीयर हो चुके हैं, समझ आ चुके हैं। अगर तुहाडा कोई डाउट होया तो तुसी पूछ सकते हो। फीडबैक जरूर देनी है, तुहानू वीडियो किद्दां दी लगी, लाइक करना ना भूलियो, कमेंट करना ना भूलियो, टैलीग्राम ग्रुप में ज्वाइन कर लियो। थैंक यू।